ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਅਸੀਂ ਅਧਿਐਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਕਾਫੀ ਸਮੇਂ ਦੇ ਅੰਤਰਾਲ ਵਿੱਚ ਅਸੀਂ ਅੱਜ ਤੇਰੇ ਵਚਨ ਦੇ ਵਿੱਚ ਮੁੜ ਫੇਰ ਜੁੜ ਸਕੇ ਹਾਂ। ਇਸ ਦੇ ਵਿੱਚ ਸਾਡਾ ਤੇਰੇ ਨਾਲ ਜੁੜਨਾ, ਤੇਰੇ ਵਿੱਚ ਮਜ਼ਬੂਤ ਹੋ ਕੇ ਅੱਗੇ ਚੱਲਣਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਜਦੋਂ ਤੇਰੇ ਵਚਨ ਦੇ ਵਿੱਚ ਅਸੀਂ ਚੱਲਦੇ ਹਾਂ ਤਾਂ ਬਹੁਤ ਸਾਰੇ ਦੁੱਖ ਕਸ਼ਟ ਸਾਡੇ ਜੀਵਨ ਦੇ ਵਿੱਚ ਆਉਂਦੇ ਆ ਅਤੇ ਉਸ ਦੇ ਵਿੱਚ ਅਸੀਂ ਕਿਵੇਂ ਤੇਰੇ ਨਾਲ ਤੇਰੇ ਵਿੱਚ ਖਲੋ ਸਕਦੇ ਹਾਂ। ਉਸ ਦੇ ਵਿੱਚ ਅਸੀਂ ਤੇਰੀ ਸਮਰੱਥ ਨੂੰ ਪਾਉਂਦੇ ਹਾਂ। ਇਸ ਲਈ ਅੱਜ ਜਦੋਂ ਤੇਰੇ ਵਚਨ ਦਾ ਅਧਿਐਨ ਕਰਦੇ ਹਾਂ, ਤੂੰ ਸਾਡੇ ਨਾਲ ਹੋ ਅਤੇ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਆਪਣੀ ਤੌਫੀਕ ਦੇ ਨਾਲ ਆਪਣੀ ਜਿਉਂਦੀ ਆਸ ਵਿੱਚ ਲੈ ਕੇ ਚੱਲ, ਤਾਂ ਕਿ ਤੇਰੀ ਮਹਿਮਾ ਹੋ ਸਕੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅਸੀਂ ਇਸ ਸਮੇਂ ਦੇ ਕਾਲ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਅਤੇ ਦੁੱਖਾਂ ਦੇ ਵਿੱਚ ਹੋ ਕੇ ਲੰਘ ਰਹੇ ਹਾਂ। ਸਾਡੇ ਵਿੱਚ ਬਹੁਤ ਸਾਰੀਆਂ ਔਰੀਆਂ ਆਉਂਦੀਆਂ ਹੈ, ਪਰ ਅਸੀਂ ਉਹਨਾਂ ਤੋਂ ਕਿਵੇਂ ਬਚ ਸਕਦੇ ਹਾਂ, ਉਸ ਦੇ ਲਈ ਅੱਜ ਦਾ ਮੇਰਾ ਵਚਨ ਹੈ। ਅੱਜ ਦੇ ਵਚਨ ਦਾ ਜੋ ਮੇਰਾ ਵਿਸ਼ਾ ਹੈ ਉਹ ਹੈ ਦੁੱਖ ਅਤੇ ਮੁਸੀਬਤਾਂ ਦੇ ਸਮੇਂ ਵਿੱਚ ਅਸੀਂ ਵਚਨ ਦੇ ਵਿੱਚ ਕਿਵੇਂ ਖਲੋ ਸਕਦੇ ਹਾਂ। ਦੁੱਖ ਅਤੇ ਮੁਸੀਬਤਾਂ ਇੱਕ ਵਿਸ਼ਵਾਸੀ ਦੇ ਜੀਵਨ ਦਾ ਹਿੱਸਾ ਹੈ, ਪਰ ਉਸ ਦੇ ਵਿੱਚ ਉਹ ਕਿਵੇਂ ਸਥਿਰ ਰਹਿ ਸਕਦਾ ਹੈ, ਕਿਵੇਂ ਖਲੋ ਸਕਦਾ ਹੈ, ਉਸ ਦੇ ਬਾਰੇ ਅੱਜ ਅਸੀਂ ਸਿੱਖਣ ਜਾ ਰਹੇ ਹਾਂ। ਜ਼ਬੂਰ 46 ਉਸ ਦਾ 1 ਅਤੇ 2 ਵਚਨ ਇੱਥੇ ਮੈਂ ਆਪਣੇ ਲਈ ਪੜ੍ਹ ਰਿਹਾ ਹਾਂ। ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਵੱਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ। ਇਸ ਕਰਕੇ ਅਸੀਂ ਨਾ ਡਰਾਂਗੇ, ਭਾਵੇਂ ਧਰਤੀ ਉਲਟ ਪਲਟ ਜਾਵੇ ਅਤੇ ਪਹਾੜ ਸਮੁੰਦਰ ਦੇ ਵਿੱਚ ਸੁੱਟੇ ਜਾਣ। ਭਜਨਕਾਰ ਜਦੋਂ ਇਸ ਵਚਨ ਨੂੰ ਲਿਖ ਰਿਹਾ ਸੀ, ਇਹ ਦਾਊਦ ਕੋਰਾ ਵੰਸ਼ੀਆਂ ਦਾ ਵਚਨ ਹੈ, ਜਿਸ ਦੇ ਵਿੱਚ ਕੋਰਾ ਵੰਸ਼ੀ ਬਹੁਤ ਸਾਰੀ ਦੁੱਖ ਅਤੇ ਪੀੜਾ ਦੇ ਵਿੱਚ ਹੋ ਕੇ ਲੰਘੇ ਸੀ। ਇਹ ਕੋਰਾ ਵੰਸ਼ੀ ਉਹ ਕੋਰਾ ਵੰਸ਼ੀ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਖਿਲਾਫ ਬਗਾਵਤ ਕੀਤੀ ਸੀ ਅਤੇ ਪਰਮੇਸ਼ਰ ਦਾ ਕ੍ਰੋਧ ਇਹਨਾਂ ਦੇ ਉੱਤੇ ਆਇਆ ਸੀ ਔਰ ਪਰਮੇਸ਼ਰ ਨੇ ਇਹਨਾਂ ਨੂੰ ਸਜ਼ਾ ਦਿੱਤੀ ਸੀ। ਔਰ ਉਸ ਸਜ਼ਾ ਤੋਂ ਬਾਅਦ ਜਦੋਂ ਇਹਨਾਂ ਨੇ ਪਛਤਾਪ ਕੀਤਾ ਤਾਂ ਮੁੜ ਫੇਰ ਬਹਾਲ ਹੋਏ। ਔਰ ਜਦੋਂ ਜਦੋਂ ਇਹਨਾਂ ਦੇ ਉੱਤੇ ਸ਼ਤਰੂਆਂ ਦਾ ਹਮਲਾ ਹੁੰਦਾ ਸੀ, ਜਦੋਂ ਜਦੋਂ ਸ਼ਤਰੂ ਇਹਨਾਂ ਨੂੰ ਸਤਾਉਂਦੇ ਸੀ, ਉਦੋਂ ਇਹ ਪਰਮੇਸ਼ਰ ਦੇ ਕੋਲ ਜਾਂਦੇ ਸੀ ਅਤੇ ਇਹ ਗੱਲ ਕਹਿੰਦੇ ਸੀ, ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ। ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਮੈਂ ਇੱਕ ਵਚਨ ਇਸ ਦੇ ਨਾਲ ਪੜ੍ਹਨਾ ਚਾਹੁੰਦਾ ਹਾਂ। ਵਿਵਸਥਾ ਸਾਰ ਦੀ ਪੁਸਤਕ ਉਸ ਦਾ 1 ਅਧਿਆਇ ਉਸ ਦੀ 7 ਆਇਤ ਦੇ ਵਿੱਚ ਐਵੇਂ ਲਿਖਿਆ ਹੋਇਆ ਹੈ, ਕਿਉਂ ਜੋ ਕਿਹੜੀ ਵੱਡੀ ਕੌਮ ਹੈ ਜਿਸ ਦੇ ਲਈ ਪਰਮੇਸ਼ਰ ਇੰਨਾ ਨੇੜੇ ਹੈ। ਜਿੰਨਾ ਯਹੋਵਾ ਸਾਡਾ ਪਰਮੇਸ਼ਰ ਸਾਡੇ ਨੇੜੇ ਹੈ, ਜਦ ਕਦੇ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ। ਵਿਸ਼ਵਾਸੀ ਦੇ ਹਮੇਸ਼ਾ ਪਰਮੇਸ਼ਰ ਨੇੜੇ ਹੈ। ਜਦੋਂ ਵਿਸ਼ਵਾਸੀ ਦੇ ਜੀਵਨ 'ਚ ਦੁੱਖ ਅਤੇ ਮੁਸੀਬਤਾਂ ਆਉਂਦੀਆਂ ਹੈ, ਤਦ ਪਰਮੇਸ਼ਰ ਹੀ ਉਹਦੀ ਸਭ ਤੋਂ ਵੱਡੀ ਪਨਾਹ ਅਤੇ ਸਭ ਤੋਂ ਵੱਡਾ ਬਲ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਅਤੇ ਬਹੁਤ ਸਾਰੇ ਦੁੱਖ ਆਉਂਦੇ ਆ। ਵਿਸ਼ਵਾਸੀ ਜੀਵਨ ਦੇ ਵਿੱਚ ਹਮੇਸ਼ਾ ਹੀ ਇੱਕ ਸੰਸਾਰ ਦੇ ਨਾਲ ਫਾਈਟ ਹੈ ਔਰ ਇਸ ਸੰਸਾਰ ਦੇ ਨਾਲ ਉਹਦਾ ਯੁੱਧ ਹੈ। ਜਦੋਂ ਉਸ ਦੇ ਵਿੱਚ ਯੁੱਧ ਆਉਂਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ, ਭਾਵੇਂ ਉਹ ਉਸ ਦੀਆਂ ਘਰੇਲੂ ਮੁਸੀਬਤਾਂ ਹੋਣ, ਭਾਵੇਂ ਉਹ ਉਸ ਦੇ ਜੌਬ ਦੀਆਂ ਮੁਸੀਬਤਾਂ ਹੋਣ, ਭਾਵੇਂ ਉਸ ਦੀ ਕਲੀਸਿਆਈ ਮੁਸੀਬਤਾਂ ਹੋਣ, ਇਹ ਮੁਸੀਬਤਾਂ ਅਤੇ ਦੁੱਖ ਉਸ ਦੇ ਜੀਵਨ ਦੇ ਵਿੱਚ ਆਉਂਦੇ ਹੈ ਅਤੇ ਉਸ ਨੂੰ ਹਰਾਸ ਕਰਨ ਦੇ ਲਈ, ਉਸ ਦੇ ਵਿਸ਼ਵਾਸ ਦੇ ਜੀਵਨ ਨੂੰ ਖਤਮ ਕਰਨ ਦੇ ਲਈ, ਉਸ ਦੇ ਵਿਸ਼ਵਾਸ ਦੇ ਜੀਵਨ ਤੋਂ ਭਟਕਣ ਦੇ ਲਈ, ਉਸ ਦੇ ਵਿਸ਼ਵਾਸ ਦੇ ਜੀਵਨ 'ਚ ਉਸ ਨੂੰ ਨਾਸ਼ ਕਰਨ ਦੇ ਲਈ
ਇਹ ਦੁੱਖ ਮੁਸੀਬਤਾਂ ਸਾਡੇ ਜੀਵਨ ਵਿੱਚ ਆਉਂਦੀਆਂ। ਅਸੀਂ ਇਹੋ ਜਿਹੇ ਬੁਰੇ ਸੰਸਾਰ ਦੇ ਵਿੱਚ ਹਾਂ ਜਿੱਥੇ ਸਾਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਸ਼ਟ ਹੋਵੇਗਾ। ਭਾਵੇਂ ਅਸੀਂ ਸਰੀਰ ਦੇ ਵਿੱਚ ਹੋਈਏ, ਭਾਵੇਂ ਸਰੀਰਕ ਅੰਦਰੂਨੀ ਦੁੱਖ ਹੋਣ, ਭਾਵੇਂ ਸਰੀਰ ਦੇ ਨਾਲ ਜੁੜੀਆਂ ਹੋਈਆਂ ਸਾਡੇ ਜੀਵਨ ਦੇ ਵਿੱਚ ਮੁਸੀਬਤਾਂ ਹੋਣ, ਇਹ ਸਭ ਸਾਨੂੰ ਪਰਮੇਸ਼ਰ ਤੋਂ ਦੂਰ ਕਰਨਾ। ਪਰ ਧੰਨਵਾਦ ਹੈ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਜਿਹੜਾ ਇਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਆਪਣੀ ਪਨਾਹ ਬਣਾ ਲੈਂਦਾ ਹੈ ਅਤੇ ਪਰਮੇਸ਼ਰ ਦੇ ਵਚਨ ਦੀ ਸਮਰੱਥ ਦੇ ਨਾਲ ਉਹਨਾਂ ਦੇ ਅੱਗੇ ਖਲੋ ਕੇ ਲੜਦਾ ਹੈ। ਧੰਨਵਾਦ ਹੈ ਉਸਦਾ। ਪਰ ਪਰਮੇਸ਼ਰ ਕਦੇ ਵੀ ਆਪਣੇ ਭਗਤ ਨੂੰ ਹਮੇਸ਼ਾ ਦੁੱਖ ਅਤੇ ਮੁਸੀਬਤ ਦੇ ਵਿੱਚ ਛੱਡਦਾ ਨਹੀਂ, ਉਹ ਉਸ ਦੇ ਨਾਲ ਵਫਾਦਾਰ ਹੁੰਦਾ ਹੈ। ਜਦੋਂ ਮੈਂ ਇਸ ਜ਼ਬੂਰ 46 ਦਾ 1 ਅਤੇ 2 ਪੜ੍ਹਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਪਰਮੇਸ਼ਰ ਸਾਡੀ ਪਨਾਹ ਤੇ ਸਾਡਾ ਬਲ ਹੈ। ਤੁਸੀਂ ਮਹਿਸੂਸ ਕਰਦੇ ਹੋਵੋਗੇ ਜਾਂ ਨਹੀਂ, ਪਰ ਮੈਂ ਕਰਦਾ ਹਾਂ, ਕਿਉਂਕਿ ਮੈਂ ਨਵਾਂ ਜਨਮ ਪਾਇਆ ਹੈ। ਮੈਂ ਨਵਾਂ ਜਨਮ ਪਾਇਆ ਹੈ ਪਾਪ ਤੋਂ ਛੁਟਕਾਰਾ ਪਾਉਣ ਦੇ ਲਈ, ਪਾਪ ਤੋਂ ਜਿੱਤ ਪ੍ਰਾਪਤ ਕਰਕੇ ਪਰਮੇਸ਼ਰ ਦੇ ਨਾਲ ਉਸ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਲਈ। ਬਾਈਬਲ ਦੱਸਦੀ ਹੈ ਪਾਪੀ ਕਦੇ ਵੀ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਜਦ ਤੱਕ ਉਹ ਆਪਣੇ ਜੀਵਨ ਦੇ ਵਿੱਚ ਪਾਪਾਂ ਤੋਂ ਤੋਬਾ ਨਾ ਕਰੇ। ਪਾਪਾਂ ਤੋਂ ਤੋਬਾ ਕਰਨ ਦੇ ਨਾਲ ਸਾਡੇ ਸੰਗਤ ਪਰਮੇਸ਼ਰ ਦੇ ਨਾਲ ਹੋ ਜਾਂਦੀ ਹੈ ਅਤੇ ਅਸੀਂ ਪਰਮੇਸ਼ਰ ਦੀ ਪਨਾਹ ਵਿੱਚ ਚਲੇ ਜਾਂਦੇ ਹਾਂ ਅਤੇ ਫਿਰ ਸਾਡੇ ਜੀਵਨ ਦੀ ਹਰ ਇੱਕ ਗੱਲ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਸਿੱਧ ਹੋਣ ਦੇ ਲਈ ਸਾਡੇ ਵਿੱਚ ਕਰਦਾ ਹੈ। ਉਹ ਸਾਨੂੰ ਕਦੇ ਛੱਡਦਾ ਨਹੀਂ, ਕਿਉਂਕਿ ਬਾਣੀ ਦੇ ਵਿੱਚ ਜਦੋਂ ਅਸੀਂ ਮਤੀ ਦੀ ਅੰਜੀਲ ਉਸ ਦਾ 28 ਅਧਿਆਇ ਉਸ ਦੀ 20 ਆਇਤ ਪੜ੍ਹਦੇ ਹਾਂ ਤਾਂ ਉੱਥੇ ਸਾਫ਼ ਤੌਰ ਤੇ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਸदैव ਯੁੱਗ ਦੇ ਅੰਤ ਸਮੇਂ ਤੱਕ ਤੁਹਾਡੇ ਨਾਲ ਹਾਂ, ਤੁਹਾਡੇ ਅੰਗ ਸੰਗ ਹਾਂ। ਇਹਦਾ ਮਤਲਬ ਪਰਮੇਸ਼ਰ ਮੇਰੀ ਪਨਾਹ ਹੈ, ਪਰਮੇਸ਼ਰ ਮੇਰਾ ਬਲ ਹੈ ਜਿਹੜਾ ਮੈਨੂੰ ਹਰ ਇੱਕ ਗੱਲ ਦੇ ਵਿੱਚ ਜਿੱਤਣ ਦੇ ਲਈ, ਚੱਲਣ ਦੇ ਲਈ ਮੇਰੀ ਮਦਦ ਕਰਦਾ ਹੈ। ਔਰ ਮੈਂ ਇਹ ਵੀ ਦੇਖਦਾ ਹਾਂ ਜਿੱਥੇ ਪਰਮੇਸ਼ਰ ਕਹਿੰਦਾ ਹੈ ਕਿ ਉਹ ਸਾਡੀ ਪਨਾਹ ਅਤੇ ਸਾਡਾ ਬਲ ਹੈ, ਅਸੀਂ ਸਾਰੇ ਉਹਨਾਂ ਸਮਿਆਂ ਦਾ ਅਨੁਭਵ ਕਰਦੇ ਹਾਂ ਜਦੋਂ ਅਸੀਂ ਆਤਮਿਕ ਰੂਪ ਵਿੱਚ ਸੁੱਕ ਜਾਂਦੇ ਹਾਂ। ਸੁੱਕਦਾ ਕਦੋਂ ਹੈ ਆਦਮੀ? ਜਦੋਂ ਚਾਰੋਂ ਪਾਸੇ ਉਸ ਦੇ ਹਮਲੇ ਹੋਣੇ ਸ਼ੁਰੂ ਹੁੰਦੇ ਹੈ, ਜਦੋਂ ਚਾਰੋਂ ਪਾਸੇ ਉਸਦੇ ਜੀਵਨ ਦੇ ਵਿੱਚ ਮੁਸੀਬਤਾਂ ਆਉਣੀਆਂ ਸ਼ੁਰੂ ਹੁੰਦੀਆਂ ਹੈ ਅਤੇ ਉਸ ਵੇਲੇ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਵੇਲੇ ਉਸਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖਾਲੀ ਅਤੇ ਬੇਫਲ ਅਸੀਂ ਉਦੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ, ਖਰੇ ਮੇਰੇ ਨਾਲ ਪਰਮੇਸ਼ਰ ਹੈਗਾ ਵੀ ਹੈ ਜਾਂ ਨਹੀਂ। ਪਿਆਰੋ, ਅਸੀਂ ਇਸ ਅਨੁਭਵ ਦੇ ਵਿੱਚ ਗੁਜ਼ਰੇ ਹਾਂ। ਪਰਮੇਸ਼ਵਰ ਨੇ ਬਹੁਤ ਸਾਰੀਆਂ ਇਹੋ ਜਿਹੇ ਅਨੁਭਵਾਂ ਦੇ ਵਿੱਚ ਗੁਜ਼ਰਨ ਦੇ ਲਈ ਮੇਰੇ ਨਾਲ ਹੋ ਕੇ ਮੇਰੀ ਸਹਾਇਤਾ ਕੀਤੀ ਹੈ। ਮੈਂ ਦੱਸ ਸਕਦਾ ਹਾਂ ਕਿ ਕਿਵੇਂ ਕਿਵੇਂ ਪਰਮੇਸ਼ਵਰ ਨੇ ਮੇਰੀ ਹਰ ਇੱਕ ਗੱਲ ਦੇ ਵਿੱਚ ਮਦਦ ਕੀਤੀ ਹੈ। ਕਲੀਸਿਆ ਦੇ ਵਿੱਚ ਜਦੋਂ ਅੰਦਰੋਂ ਵਿਰੋਧ ਪੈਦਾ ਹੋ ਗਿਆ, ਜਦੋਂ ਮੇਰੇ ਆਪਣੇ ਮਸੀਹੀ ਵਿਸ਼ਵਾਸੀ ਲੋਕਾਂ ਨੇ ਮੇਰੇ ਉੱਤੇ ਉਂਗਲਾਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਮੇਰੀ ਸੇਵਾ ਦੇ ਵਿੱਚ ਲੋਕਾਂ ਨੇ ਸਵਾਲੀਏ ਨਿਸ਼ਾਨ ਖੜੇ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਲੋਕਾਂ ਨੇ ਮੇਰੇ ਜੀਵਨ ਦੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਵਿੱਚ ਪਰਮੇਸ਼ਵਰ ਦਾ ਕਾਰਜ ਨਹੀਂ, ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਡੇ ਜੀਵਨ ਵਿੱਚ ਆਉਂਦੀਆਂ ਅਤੇ ਸਾਨੂੰ ਠੋਕਰ ਖਵਾਉਂਦੀਆਂ ਤੇ ਅਸੀਂ ਉਸ ਵੇਲੇ ਕਈ ਵਾਰ ਇਹ ਫੈਸਲਾ ਕਰਦੇ ਹਾਂ ਕਿ ਅਸੀਂ ਛੱਡ ਦੇਣਾ ਸਭ ਕੁਝ। ਉਸ ਵੇਲੇ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਨਹੀਂ ਦੇਖਦਾ, ਉਸ ਵੇਲੇ ਪਰਮੇਸ਼ਰ ਦਾ ਜਿਹੜਾ ਵਿਸ਼ਵਾਸੀ ਜਨ ਵਚਨ ਨੂੰ ਨਹੀਂ ਦੇਖਦਾ, ਉਹ ਆਪਣੇ ਆਲੇ ਦੁਆਲੇ ਦੀਆਂ ਉਹਨਾਂ ਮੁਸੀਬਤਾਂ ਨੂੰ ਦੇਖਣਾ ਸ਼ੁਰੂ ਕਰਦਾ ਹੈ ਜਿਸ ਦੇ ਵਿੱਚ ਉਹ ਘਿਰ ਜਾਂਦਾ ਹੈ। ਸਾਨੂੰ ਦਾਊਦ ਦੀ ਤਰ੍ਹਾਂ ਗੋਲੀਅਤ ਦੇ ਨਾਲ ਸਾਹਮਣਾ ਕਰਨ ਦੀ ਜ਼ਰੂਰਤ ਹੈ। ਜਿੱਥੇ ਦਾਊਦ ਗੋਲੀਅਤ ਦੇ ਸਾਹਮਣੇ ਕਹਿੰਦਾ ਹੈ, ਮੈਂ ਸੈਨਾ ਦੇ ਯਹੋਵਾ ਦੀ ਵੱਲੋਂ ਆਇਆ ਹੈ, ਅੱਜ ਉਹ ਤੈਨੂੰ ਮੇਰੇ ਹੱਥ ਵਿੱਚ ਕਰ ਦੇਵੇਗਾ।
ਉਹ ਸੈਨਾ ਦੇ ਯਹੋਵਾ ਦੇ ਵੱਲੋਂ ਜਿਹੜਾ ਜਿਉਂਦਾ ਹੈ ਅਤੇ ਜਿਉਂਦੇ ਕੰਮ ਕਰਦਾ ਹੈ ਅਤੇ ਜਿਉਂਦਾ ਹੋ ਕੇ ਮੇਰੇ ਨਾਲ ਨਾਲ ਚੱਲਦਾ ਹੈ। ਅਸੀਂ ਸਾਹਮਣਾ ਕਰ ਸਕਦੇ ਹਾਂ। ਸਾਨੂੰ ਪਤਾ ਹੈ ਸਭ ਤੋਂ ਜ਼ਿਆਦਾ ਮਾਰ ਸਾਡੇ ਜੀਵਨ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਦੁੱਖ ਸਾਡੇ ਜੀਵਨ ਦੇ ਵਿੱਚ ਉਦੋਂ ਆਉਂਦਾ ਹੈ ਜਦੋਂ ਸਾਡੇ ਵਿਸ਼ਵਾਸੀ ਭਾਈ ਭੈਣ ਸਾਡੇ ਨਾਲ ਧੋਖਾ ਕਰਦੇ ਆ, ਸਾਡੇ ਨਾਲ ਉਹ ਸਾਡੇ ਵਿਰੁੱਧ ਗੱਲਾਂ ਕਰਦੇ ਆ, ਸਾਡੇ ਨਾਲ ਉਹ ਖੜੇ ਨਹੀਂ ਹੁੰਦੇ ਹੈ। ਉਸ ਵੇਲੇ ਸਾਡਾ ਜੀਵਨ ਹਾਰਿਆ ਹੋਇਆ ਸਾਨੂੰ ਮਹਿਸੂਸ ਹੁੰਦਾ ਹੈ। ਪਰ ਧੰਨਵਾਦ ਹੈ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ ਤਾਂ ਇਹ ਵਚਨ ਮੇਰੇ ਜੀਵਨ ਦੇ ਵਿੱਚ ਪਨਾਹ ਬਣਦਾ ਹੈ। ਕਿਉਂ? ਉਹ ਕਹਿੰਦਾ ਹੈ ਭਾਵੇਂ ਕੋਈ ਮੇਰੇ ਨਾਲ ਹੋਵੇ ਨਾ ਹੋਵੇ ਪਰ ਤੂੰ ਮੇਰੇ ਨਾਲ ਨਾਲ ਰਹਿੰਦਾ ਹੈ। ਕਿੰਨੀ ਵੱਡੀ ਗੱਲ ਹੈ ਕਿ ਪਰਮੇਸ਼ਰ ਦਾ ਇਹ ਆਸ਼ਵਾਸਨ ਵਿਸ਼ਵਾਸੀ ਨੂੰ ਭਾਵੇਂ ਉਹ ਮੌਤ ਦੀ ਬਾਦੀ ਵਿੱਚ ਵੀ ਹੋ ਕੇ ਜਾਵੇ ਉਹ ਉਸ ਦੇ ਨਾਲ ਹੁੰਦਾ ਹੈ। ਇਸ ਕਰਕੇ ਅਸੀਂ ਇਹ ਸੋਚਣਾ ਨਹੀਂ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਖਾਲੀ ਹਾਂ, ਅਸੀਂ ਆਪਣੇ ਜੀਵਨ ਦੇ ਵਿੱਚ ਸੁੱਕ ਗਏ ਹਾਂ, ਹੁਣ ਸਾਡਾ ਇਸ ਦੁਨੀਆ ਦੇ ਵਿੱਚ ਕੋਈ ਮਤਲਬ ਨਹੀਂ। ਮੈਂ ਕਈ ਅਜਿਹੇ ਵਿਸ਼ਵਾਸੀਆਂ ਨੂੰ ਦੇਖਿਆ ਹੈ ਜਿਹੜੇ ਆਪਣੇ ਜੀਵਨ ਦੇ ਵਿੱਚ ਹਾਰ ਜਾਂਦੇ ਆ ਅਤੇ ਉਹ ਆਪਣੇ ਜੀਵਨ ਨੂੰ ਹੈਂਗ ਕਰ ਲੈਂਦੇ ਆ। ਹੈਂਗ ਮਤਲਬ ਆਤਮ ਹੱਤਿਆ ਕਰ ਲੈਂਦੇ ਆ। ਸਾਨੂੰ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਰ ਇੱਕ ਮੁਸੀਬਤ ਦਾ, ਹਰ ਇੱਕ ਦੁੱਖ ਦਾ, ਹਰ ਇੱਕ ਤੂਫਾਨ ਦਾ ਸਾਨੂੰ ਸਾਹਮਣਾ ਕਰਨ ਦੀ ਜ਼ਰੂਰਤ ਹੈ। ਜਿਵੇਂ ਪੌਲਸ ਵੀ ਜਦੋਂ ਰੋਮ ਨੂੰ ਜਾ ਰਿਹਾ ਸੀ 14 ਦਿਨ ਉਹ ਪਾਣੀ ਦੇ ਵਿੱਚ ਤੂਫਾਨਾਂ ਦੇ ਵਿੱਚ ਲੜਦਾ ਰਿਹਾ ਔਰ ਪਰਮੇਸ਼ਵਰ ਦਾ ਉਸ ਨੂੰ ਆਸ਼ਵਾਸਨ ਸੀ ਜਹਾਜ਼ ਦੇ ਵਿੱਚ ਜਿੰਨੇ ਵੀ ਤੇਰੇ ਨਾਲ ਹੈ ਤੇ ਤੂੰ ਹੈ, ਕਿਸੇ ਦਾ ਨੁਕਸਾਨ ਨਹੀਂ ਹੋਵੇਗਾ। ਵੰਡਰਫੁਲ ਗॉड, ਉਹ ਹਮੇਸ਼ਾ ਚਾਹੇ ਅਸੀਂ ਕਿਹੋ ਜਿਹੀ ਮੁਸੀਬਤਾਂ ਦੇ ਵਿੱਚ ਵੀ ਹੋ ਕੇ ਚੱਲੀਏ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਸਾਨੂੰ ਡਰਨ ਦੀ ਲੋੜ ਨਹੀਂ ਹੁੰਦੀ ਹੈ। ਪਰ ਇਹ ਵਿਸ਼ਵਾਸੀਆਂ ਦੇ ਲਈ ਆਮ ਹਾਲਾਤ ਨਹੀਂ ਹੋਣੇ ਚਾਹੀਦੇ ਹੈ, ਨਹੀਂ ਹੋਣੇ ਚਾਹੀਦੇ ਹੈ। ਉਹਨਾਂ ਨੂੰ ਹਮੇਸ਼ਾ ਪਰਮੇਸ਼ਵਰ ਦੇ ਨੇੜੇ ਜਾ ਕੇ ਉਸ ਦੇ ਲਈ ਲੜਨਾ ਚਾਹੀਦਾ ਹੈ। ਮੈਂ ਦੇਖਿਆ ਹੈ ਕਈ ਜਿਹੜੇ ਵਿਸ਼ਵਾਸੀ ਹੈ, ਜਦੋਂ ਸੱਚਾਈ ਸਾਨੂੰ ਪਤਾ ਲੱਗ ਚੁੱਕੀ ਹੈ, ਅਸੀਂ ਸੱਚਾਈ ਨੂੰ ਜਾਣ ਲਿਆ ਹੈ, ਸੱਚਾਈ ਨੂੰ ਸਮਝ ਲਿਆ ਹੈ, ਤਾਂ ਉਹ ਆਪਣੇ ਪਰਿਵਾਰਾਂ ਦੇ ਨਾਲ ਸੰਘਰਸ਼ ਕਰਦੇ ਹੋਏ ਉੱਥੋਂ ਹੁੱਸ ਜਾਂਦੇ ਹੈ ਅਤੇ ਉਹ ਸੰਸਾਰ ਦੇ ਨਾਲ ਕੰਪਰੋਮਾਈਜ਼ ਕਰਕੇ ਉਸ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ। ਮੇਰੇ ਪਰਿਵਾਰ ਦੇ ਵਿੱਚ ਆਹ ਗੱਲ ਹੋ ਗਈ, ਮੈਂ ਆਪਣੇ ਪਰਿਵਾਰ ਨੂੰ ਵਿਨਾਸ਼। ਤੁਹਾਡੇ ਪਰਿਵਾਰ ਨੂੰ ਜੋੜਿਆ ਕਿਹਨੇ ਹੈ? ਤੁਹਾਡੇ ਪਰਿਵਾਰ ਨੂੰ ਬਣਾਇਆ ਕਿਹਨੇ ਹੈ? ਤੁਹਾਡੇ ਪਰਿਵਾਰ ਨੂੰ ਸਥਿਰ ਕਿਹਨੇ ਕੀਤਾ ਹੈ? ਯਾਦ ਕਰੋ, ਪਰਮੇਸ਼ਰ ਨੇ ਕੀਤਾ ਹੈ। ਜੇ ਤੁਸੀਂ ਪਰਮੇਸ਼ਰ ਦੇ ਵਿਰੁੱਧ ਚੱਲ ਕੇ ਕੰਪਰੋਮਾਈਜ਼ ਕਰਦੇ ਹੋ, ਪਿਆਰੋ ਯਾਦ ਰੱਖਣਾ ਤੁਹਾਡੇ ਜੀਵਨ ਦੇ ਵਿੱਚ ਹਮੇਸ਼ਾ ਸੰਘਰਸ਼ ਹੀ ਸੰਘਰਸ਼ ਹੁੰਦਾ ਰਹੇਗਾ। ਅਸੀਂ ਉਸ ਤੋਂ ਬਚ ਨਹੀਂ ਸਕਦੇ ਹਾਂ। ਵਚਨ ਸਾਨੂੰ ਬਾਰ-ਬਾਰ ਦੱਸਦਾ ਹੈ ਕਿ ਅਸੀਂ ਸੱਚਾਈ 'ਚ, ਵਿਸ਼ਵਾਸੀ ਨੂੰ ਹਮੇਸ਼ਾ ਸੱਚ ਦੇ ਵਚਨ ਦੇ ਉੱਤੇ ਖੜੇ ਰਹਿਣਾ ਹੈ, ਕਿਉਂਕਿ ਸੱਚ ਦਾ ਵਚਨ ਇੱਕ ਦਿਨ ਪਰਮੇਸ਼ਰ ਦੇ ਨਿਆਂ ਦੇ ਆਸਣ ਦੇ ਅੱਗੇ ਸਾਡੇ ਨਿਆਂ ਨੂੰ ਪ੍ਰਗਟ ਕਰੇਗਾ। ਉਸ ਵੇਲੇ ਮੈਨੂੰ ਆਨਾਕਾਨੀ ਕਰਨ ਦਾ ਮੌਕਾ ਨਹੀਂ ਮਿਲੇਗਾ। ਇਸ ਲਈ ਆਪਣੇ ਜੀਵਨ ਦੇ ਵਿੱਚ ਦੁੱਖ ਦੇ ਸਮੇਂ ਹਮੇਸ਼ਾ ਖੜੇ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਔਰ ਪਰਮੇਸ਼ਰ ਚਾਹੁੰਦਾ ਹੈ ਕਿ ਉਹ ਆਪਣੇ ਲੋਕਾਂ ਦੇ ਜੀਵਨਾਂ ਦੇ ਵਿੱਚ ਕਿਰਿਆਸ਼ੀਲ ਹੋਵੇ। ਕਿਰਿਆਸ਼ੀਲ ਹੋਵੇ। ਉਹ ਕਦੋਂ ਕਿਰਿਆਸ਼ੀਲ ਹੋਵੇਗਾ? ਜਦੋਂ ਅਸੀਂ ਵਚਨ ਦੇ ਨੇੜੇ ਆਵਾਂਗੇ, ਜਦੋਂ ਅਸੀਂ ਵਚਨ ਤੋਂ ਪੁੱਛਾਂਗੇ ਪਰਮੇਸ਼ਰ ਮੈਨੂੰ ਦੱਸ ਇਸ ਦੁੱਖ ਦੇ ਵਿੱਚੋਂ, ਇਸ ਮੁਸੀਬਤ ਦੇ ਵਿੱਚੋਂ ਮੈਂ ਕਿਵੇਂ ਲੰਘ ਸਕਦਾ ਹਾਂ, ਕਿਵੇਂ ਮੇਰੀ ਆਪਣਾ ਸਹਾਇਤਾ ਹੋ ਸਕਦੀ ਹੈ, ਕਿਵੇਂ ਮੈਂ ਇਹਨਾਂ ਸਾਰਿਆਂ ਦਾ ਸਾਹਮਣਾ ਕਰ ਸਕਦਾ ਹਾਂ। ਜਿਵੇਂ ਪੌਲਸ ਹਰ ਇੱਕ ਗੱਲ ਦੇ ਵਿੱਚ ਉਹ ਪਰਮੇਸ਼ਵਰ ਨੂੰ ਹੀ ਅੱਗੇ ਰੱਖਦਾ ਸੀ। ਦਾਊਦ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਹੀ ਅੱਗੇ ਰੱਖਦਾ ਸੀ। ਅਬਰਾਹਮ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਪਰਮੇਸ਼ਵਰ ਨੂੰ ਅੱਗੇ ਰੱਖਦਾ ਸੀ। ਇਸ ਕਰਕੇ ਉਹ ਸਫਲ ਹੋ ਗਿਆ। ਇਸ ਕਰਕੇ ਪਰਮੇਸ਼ਵਰ ਨੇ ਉਸ ਦੇ ਜੀਵਨ ਦੇ ਵਿੱਚ ਉਹਨਾਂ ਮੁਸੀਬਤਾਂ ਦੇ ਵਿੱਚੋਂ ਨਿਕਲਣ ਦਾ ਉਹਨੂੰ ਉਪਾਅ ਦੱਸ ਦਿੱਤਾ। ਤੂੰ ਕਿੱਦਾਂ ਬਚ ਸਕਦਾ ਹੈ? ਮੈਂ ਅਬਰਾਹਮ ਦਾ ਪਿਛਲੇ ਐਤਵਾਰ ਦੇ ਵਿੱਚ, ਸੰਡੇ ਦੇ ਵਿੱਚ ਆਪਣਾ ਗੱਲ ਕਰ ਰਿਹਾ ਸੀ ਤਾਂ ਮੈਂ ਦੱਸ ਰਿਹਾ ਸੀ ਕਿ ਅਬਰਾਹਮ ਵਿਸ਼ਵਾਸ ਦੇ ਨਾਲ ਚੱਲਦਾ ਰਿਹਾ।
ਉਹਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਈਆਂ, ਪਰ ਉਸ ਸਭ ਨੂੰ ਉਹ ਪਰਮੇਸ਼ਰ ਦੇ ਅੱਗੇ ਰੱਖਿਆ ਔਰ ਪਰਮੇਸ਼ਰ ਨੇ ਹੀ ਉਹਦੇ ਲਈ ਇੰਤਜ਼ਾਮ ਕੀਤਾ। ਵਿਸ਼ਵਾਸੀ ਨੂੰ ਹਮੇਸ਼ਾ ਪਰਮੇਸ਼ਰ ਦੇ ਉੱਤੇ ਉਸਦੇ ਵਚਨ ਦੇ ਨਾਲ ਨਿਰਭਰ ਹੋ ਕੇ ਚੱਲਣ ਦੀ ਲੋੜ ਹੈ। ਵਿਸ਼ਵਾਸੀ ਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਖਲੋ ਕੇ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਕਿ ਉਹ ਉਸਦੇ ਜੀਵਨ ਦੇ ਵਿੱਚ ਕਿਰਿਆਸ਼ੀਲ ਹੋਵੇ। ਮੈਂ ਹਮੇਸ਼ਾ ਸਮਝਦਾ ਹਾਂ ਜਦੋਂ ਵੀ ਮੈਂ ਕਿਤੇ ਨਿਕਲਣਾ ਹੋਵੇ, ਕਿਤੇ ਜਾਣਾ ਹੋਵੇ, ਤਾਂ ਪਰਮੇਸ਼ਰ ਦੇ ਵਚਨ ਤੋਂ ਸਲਾਹ ਲੈਂਦਾ ਤਾਂ ਪਰਮੇਸ਼ਰ ਮੈਨੂੰ ਦੱਸ ਦਿੰਦਾ ਹੈ ਕਿ ਇੱਥੇ ਜਾਣਾ ਜਾਂ ਨਹੀਂ ਜਾਣਾ, ਇਹ ਕੰਮ ਕਰਨਾ ਜਾਂ ਨਹੀਂ ਕਰਨਾ, ਇਸ ਦਾ ਤੇਰੇ ਜੀਵਨ ਦੇ ਵਿੱਚ ਨੁਕਸਾਨ ਹੋਊਗਾ ਜਾਂ ਨਹੀਂ ਹੋਊਗਾ। ਦੁੱਖ, ਬਿਮਾਰੀਆਂ, ਮੁਸੀਬਤਾਂ ਆਉਣੀਆਂ ਹੈ, ਪਰ ਪਰਮੇਸ਼ਰ ਦੇ ਵਚਨ ਦੀ ਸਮਰੱਥ ਮੇਰੇ ਜੀਵਨ ਦੇ ਵਿੱਚ ਕੰਮ। ਪੌਲਸ ਦੇਖੋ, ਜਿਸ ਦੇ ਜੀਵਨ ਦੇ ਵਿੱਚ ਬਿਮਾਰੀ ਸੀ, ਦੁੱਖ ਸੀ, ਇੱਕ ਕੰਡਾ ਚੁੱਭਿਆ ਹੋਇਆ ਸੀ, ਉਸਨੇ ਪਰਮੇਸ਼ਰ ਦੇ ਅੱਗੇ 3 ਵਾਰ ਬੇਨਤੀ ਕੀਤੀ, 3 ਵਾਰ। ਤਦ ਵੀ ਪਰਮੇਸ਼ਰ ਦਾ ਵਚਨ ਉਸਦੇ ਕੋਲ ਇਹੋ ਹੀ ਆਇਆ ਹੈ ਕਿ ਮੇਰੀ ਸਮਰੱਥ ਕਮਜ਼ੋਰੀ ਦੇ ਵਿੱਚ ਤੇਰੇ ਨਾਲ ਸਿੱਧ ਹੁੰਦੀ ਹੈ, ਮੇਰੀ ਕਿਰਪਾ ਹੀ ਤੇਰੇ ਲਈ ਕਾਫੀ ਹੈ। ਕਿੰਨੀ ਵੱਡੀ ਗੱਲ ਹੈ। ਔਰ ਅਸੀਂ ਇਹਦੇ ਵਿੱਚ ਇਹ ਵੀ ਦੇਖਦੇ ਹਾਂ ਕਿ ਜਦੋਂ ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਤੁਹਾਡੇ ਵਿੱਚ ਕਿਰਿਆਸ਼ੀਲ ਹੋਵਾਂ, ਤਾਂ ਇਸ ਜ਼ਬੂਰ ਵਿੱਚ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਉਸ ਨੂੰ ਇਹ ਪ੍ਰਗਟ ਕਰਦਾ ਹੈ ਜਦੋਂ ਸਾਡੇ ਜੀਵਨ ਦੇ ਹਾਲਾਤ ਸਥਿਰ ਨਹੀਂ ਹੁੰਦੇ। ਅਸੀਂ ਕੋਰਾਵੰਸ਼ੀਆਂ ਦੇ ਜੀਵਨ ਦੇ ਵਿੱਚ ਅਗਰ ਜਦੋਂ ਇਹ ਜ਼ਬੂਰ ਲਿਖਿਆ ਗਿਆ ਤਾਂ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਸੀ। ਮੈਂ ਚਾਹੁੰਦਾ ਹਾਂ ਕਿ ਜੇ ਤੁਸੀਂ ਪਹਿਲੀਆਂ 5 ਕਿਤਾਬਾਂ ਦੇ ਵਿੱਚ ਪੜ੍ਹੋ ਤਾਂ ਦੇਖੋ ਕੋਰਾਵੰਸ਼ੀਆਂ ਦੇ ਨਾਲ ਕੀ ਕੀ ਹੋਇਆ ਹੈ। ਤਦ ਉਹਨਾਂ ਨੇ ਇਸ ਜ਼ਬੂਰ ਨੂੰ ਲਿਖਿਆ ਹੈ ਕਿ ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ। ਇਸ ਲਈ ਪਹਿਲੀ ਗੱਲ, ਮੁਸ਼ਕਲਾਂ ਅਤੇ ਜੀਵਨ ਦੇ ਵਿੱਚ ਅਸਥਿਰਤਾ ਦਾ ਸਾਹਮਣਾ ਕਰਨ ਦੇ ਲਈ ਸਮਰੱਥਾ ਅਤੇ ਯੋਗਤਾ ਪਰਮੇਸ਼ਰ ਦੀ ਵੱਲੋਂ ਮਿਲਦੀ ਹੈ। ਸਮਰੱਥਾ ਅਤੇ ਯੋਗਤਾ ਪਰਮੇਸ਼ਰ ਦੀ ਵੱਲੋਂ ਸਾਨੂੰ ਮਿਲਦੀ ਹੈ। ਇੱਥੇ ਜੋ ਸ਼ਬਦ ਪਨਾਹ ਖਤਰੇ ਦੇ ਵਿੱਚ ਸੁਰੱਖਿਆ ਦੇ ਸਥਾਨ ਦੇ ਨਾਲ ਸੰਬੰਧਿਤ ਹੈ। ਖਤਰੇ ਅਤੇ ਸੁਰੱਖਿਆ ਦੇ ਸਥਾਨ ਦੇ ਵਿੱਚ ਸਾਡੇ ਨਾਲ ਜੁੜਿਆ ਹੋਇਆ ਹੈ, ਸੰਬੰਧਿਤ ਹੈ। ਔਰ ਦੂਸਰੀ ਗੱਲ ਅਸੀਂ ਇਹ ਵੀ ਦੇਖਦੇ ਹਾਂ ਕਿ ਜੀਵਨ ਦੇ ਤੂਫਾਨਾਂ ਵਿੱਚ ਪਰਮੇਸ਼ਰ ਸੱਚੀ ਸਾਡੀ ਸੁਰੱਖਿਆ ਹੈ। ਜੀਵਨ ਦੇ ਤੂਫਾਨਾਂ ਵਿੱਚ ਮੈਂ ਸਮਝਦਾ ਹਾਂ ਜਦੋਂ ਚੇਲੇ ਬੇੜੀ ਦੇ ਵਿੱਚ ਜਾ ਰਹੇ ਸੀ ਤਾਂ ਕਿੰਨਾ ਤੂਫਾਨ ਆਇਆ, ਤਦ ਉਹਨਾਂ ਨੇ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਪੁਕਾਰਿਆ ਤਾਂ ਉਸ ਤੂਫਾਨ ਤੋਂ ਬਚ ਨਿਕਲੇ ਅਤੇ ਆਪਣੀ ਮੰਜ਼ਿਲ ਤੇ ਪਹੁੰਚੇ। ਪਰਮੇਸ਼ਰ ਹੀ ਸਾਨੂੰ ਉੱਥੋਂ ਕੱਢ ਸਕਦਾ ਹੈ, ਪਰਮੇਸ਼ਰ ਹੀ ਸਾਡੀ ਮਦਦ ਕਰ ਸਕਦਾ ਹੈ। ਚਾਹੇ ਉਹ ਘਰੇਲੂ ਮਸਲੇ ਹੋਣ, ਚਾਹੇ ਸਾਡੇ ਵਿਸ਼ਵਾਸੀ ਜੀਵਨ ਦੇ ਮਸਲੇ ਹੋਣ, ਭਾਵੇਂ ਕਲੀਸਿਆਈ ਸਮੱਸਿਆ ਹੋਣ, ਭਾਵੇਂ ਜੌਬ ਦੇ ਸਮੱਸਿਆ ਹੋਣ, ਭਾਵੇਂ ਸਾਡੇ ਆਲੇ ਦੁਆਲੇ ਸਮਾਜ ਦੀ ਸਮੱਸਿਆ ਦੇ, ਵਿਸ਼ਵਾਸੀ ਦੇ ਜੀਵਨ ਵਿੱਚ ਉਹਨੂੰ ਕਿਤੇ ਭੱਜਣ ਦੀ ਲੋੜ ਨਹੀਂ, ਉਹਨੂੰ ਪਰਮੇਸ਼ਰ ਦੇ ਵਚਨ ਦੇ ਕੋਲ ਆਉਣ ਦੀ ਲੋੜ ਹੈ। ਇਸ ਲਈ ਪਹਿਲੀ ਗੱਲ ਅਸੀਂ ਇਹ ਦੇਖੀ ਹੈ, ਮੁਸ਼ਕਲ ਹਾਲਾਤਾਂ ਦੇ ਵਿੱਚ ਪਰਮੇਸ਼ਰ ਮੇਰੀ ਅਤੇ ਆਪ ਦੀ ਪਨਾਹ ਹੈ। ਅਸੀਂ ਗਾਣਾ ਵੀ ਕਹਿੰਦੇ ਹਾਂ, ਯਾ ਰੱਬ ਤੂੰ ਮੇਰੀ ਪਨਾਹ ਹੈ। ਉਹ ਮੇਰੀ ਪਨਾਹ ਹੈ। ਚਾਹੇ ਮੈਂ ਕਿੱਥੇ ਵੀ ਹੋਵਾਂ, ਕਿਹੋ ਜਿਹੇ ਜਗ੍ਹਾ ਦੇ ਵਿੱਚ ਵੀ ਹੋਵਾਂ, ਤਾਂ ਉਹ ਮੇਰੇ ਨਾਲ ਹੈ। ਭਾਵੇਂ ਮੈਂ ਇਸ ਸਮੇਂ ਮਹਾਮਾਰੀ ਦੇ ਸਮੇਂ ਦੇ ਵਿੱਚ ਹੋ ਕੇ ਗੁਜ਼ਰ ਰਿਹਾ ਤਾਂ ਵੀ ਉਹ ਮੇਰੇ ਨਾਲ, ਕਿਉਂਕਿ ਉੱਥੇ ਮੈਨੂੰ ਦਾਊਦ ਦਾ ਜ਼ਬੂਰ ਤੇ ਹੀ ਚੇਤਾ ਆਉਂਦਾ ਹੈ। ਉਹ ਕਹਿੰਦਾ ਹੈ, ਭਾਵੇਂ ਮੈਂ ਮੌਤ ਦੀ ਵਾਦੀ ਦੇ ਵਿੱਚ ਵੀ ਹੋ ਕੇ ਚੱਲਾਂ ਤਾਂ ਵੀ ਪਰਮੇਸ਼ਰ ਤੂੰ ਮੇਰੇ ਨਾਲ ਹੈ। ਤੇਰੀ ਸੋਠੀ ਤੇਰੀ ਲਾਠੀ ਮੈਨੂੰ ਲੈਂਦੀ ਸੰਭਾਲ ਹੈ। ਪਿਆਰੋ, ਦੁੱਖ ਤੇ ਮੁਸੀਬਤਾਂ ਤੋਂ ਡਰਨਾ ਨਹੀਂ। ਮੈਨੂੰ ਪਤਾ ਹੈ ਮੇਰੇ ਜੀਵਨ ਦੇ ਵਿੱਚ ਦਿਨ ਪ੍ਰਤੀ ਦਿਨ ਕੋਈ ਨਾ ਕੋਈ ਆਪਣਾ ਅਜਿਹਾ ਕਾਰਜ, ਕਿਉਂਕਿ ਬੈਰੀ ਵਿਸ਼ਵਾਸੀਆਂ ਦੇ ਪਿੱਛੇ ਹੀ ਹੈ। ਉਹ ਨਹੀਂ ਚਾਹੁੰਦਾ ਕਿ ਇਹ ਆਪਣਾ ਇਸ ਸੱਤ ਦੇ ਮਾਰਗ ਦੇ ਉੱਤੇ ਚੱਲਣ। ਉਹ ਚਾਹੁੰਦਾ ਹੈ ਕਿ ਸੱਤ ਦੇ ਮਾਰਗ ਤੋਂ ਭਟਕਦੇ ਹੋਏ ਇਸ ਸੰਸਾਰ ਦੇ ਵਿੱਚ ਨਾਸ਼ ਹੋ ਜਾਣ। ਇਸ ਲਈ ਇੱਥੇ ਦਾਊਦ ਇਹ ਕੋਰਾਵੰਸ਼ੀਆਂ ਦਾ ਇਹ ਵਚਨ, ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਦੇ ਵਿੱਚ ਵੱਡਾ ਸਹਾਇਕ ਹੋਇਆ ਹੈ, ਵੱਡਾ ਸਹਾਇਕ ਹੋਇਆ ਹੈ। ਤੁਹਾਨੂੰ ਡਰਨ ਦੀ ਲੋੜ ਨਹੀਂ।
ਬਹੁਤੇ ਲੋਕ ਕਹਿੰਦੇ ਹੈ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਗੱਲ ਕਰੀਏ ਜਾਂ ਨਾ ਕਰੀਏ, ਅਸੀਂ ਉਹਨਾਂ ਨਾਲ ਬੋਲੀਏ ਜਾਂ ਨਾ ਬੋਲੀਏ, ਪਤਾ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਕੀ ਆਏਗਾ। ਮੈਂ ਚਾਹੁੰਦਾ ਹਾਂ ਤੁਸੀਂ ਵਚਨ ਦੇ ਵਿੱਚ ਹੋ ਕੇ ਉਹਨਾਂ ਨਾਲ ਗੱਲ ਕਰੋ, ਤਾਂ ਪਰਮੇਸ਼ਰ ਦਾ ਵਚਨ ਆਪਣੇ ਆਪ ਉਹਨਾਂ ਦੇ ਜੀਵਨ ਦੇ ਵਿੱਚ ਸੱਚਾਈ ਨੂੰ ਉਜਾਗਰ ਕਰ ਦੇਵੇਗਾ ਔਰ ਤੁਹਾਡੇ ਨਾਲ ਉਹ ਖੜੇ ਹੋਣਗੇ, ਉਹ ਤੁਹਾਡੀ ਮਦਦ ਕਰਨਗੇ। ਕਿਉਂਕਿ ਪਰਮੇਸ਼ਰ ਦੇ ਦੂਤ ਵੀ ਸਾਡੇ ਆਲੇ ਦੁਆਲੇ ਹੈ, ਜਿਹੜੇ ਵਿਸ਼ਵਾਸੀ ਦੀ ਮਦਦ ਕਰਨ ਦੇ ਲਈ ਹਮੇਸ਼ਾ ਉਸ ਦੇ ਨਾਲ ਹੁੰਦੇ ਆ। ਉਸ ਦੇ ਲਈ ਮੈਂ ਇਬਰਾਨੀਆਂ ਦੀ ਪੁਸਤਕ ਉਸ ਦਾ 1 ਅਧਿਆਏ ਆਪ ਦੇ ਅੱਗੇ ਉਸ ਦੀ ਆਖਰੀ ਆਇਤ ਨੂੰ ਮੈਂ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮਾ ਨਹੀਂ, ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ। ਨਿਰਾਸ਼ ਨਹੀਂ ਹੋਣਾ ਹੈ, ਆਪਣੇ ਆਪ ਨੂੰ ਕਦੇ ਵੀ ਡੇਗਣਾ ਨਹੀਂ ਹੈ। ਮੇਰੇ ਜੀਵਨ ਦੇ ਵਿੱਚ ਘਟਨਾ ਹੋ ਗਈ, ਮੈਂ ਰੋਣਾ ਸ਼ੁਰੂ ਕਰ ਦੇਵਾਂ, ਰੋਣਾ ਹੈ ਤਾਂ ਉਸ ਪਰਮੇਸ਼ਵਰ ਦੇ ਅੱਗੇ ਰੋਵੋ, ਜਿਹੜਾ ਮੇਰੇ ਰੋਣੇ ਨੂੰ ਆਨੰਦ ਦੇ ਵਿੱਚ ਬਦਲ ਦੇਵੇਗਾ। ਇਸ ਲਈ ਮੇਰੇ ਪਿਆਰੇ ਅਸੀਸ, ਦੁੱਖ ਆਉਣੀ ਹੈ, ਮੁਸੀਬਤ ਆਉਣੀ ਹੈ, ਉਸ ਤੋਂ ਡਰਨਾ ਨਹੀਂ। ਮੈਂ ਇੱਕ ਵਚਨ ਹੋਰ ਪੜਾਂਗਾ ਇਸ ਦੇ ਨਾਲ, ਯਸ਼ਾਇਆ ਦੀ ਪੁਸਤਕ ਹੈ, ਜੀਵਨ ਦੇ ਤੂਫਾਨਾਂ ਦੇ ਵਿੱਚੋਂ ਸਾਡੀ ਸੁਰੱਖਿਆ। ਯਸ਼ਾਇਆ 4 ਅਧਿਆਏ ਉਸ ਦਾ 5-6 ਆਇਤ ਮੈਂ ਆਪ ਦੇ ਅੱਗੇ ਪੜਨ ਜਾ ਰਿਹਾ ਹਾਂ। ਬਹੁਤ ਹੀ ਅੱਛਾ ਅਤੇ ਬਹੁਤ ਹੀ ਮੇਰੇ ਜੀਵਨ ਨੂੰ ਸੰਤਾਵਨਾ ਅਤੇ ਸ਼ਾਂਤੀ ਦੇਣ ਵਾਲਾ ਇਹ ਖੰਡ ਹੈ। 5 ਤੇ 6 ਮੈਂ ਆਪ ਦੇ ਲਈ ਪੜ ਰਿਹਾ ਹਾਂ। ਯਸ਼ਾਇਆ ਦੀ ਪੁਸਤਕ ਇੱਥੇ ਲਿਖਿਆ ਹੈ, ਕਹਿੰਦਾ, ਤਾਂ ਯਹੋਵਾ ਸਿਯੋਨ ਪਰਬਤ ਤੇ ਸਾਰੇ ਠਿਕਾਣਿਆਂ ਉੱਤੇ ਅਤੇ ਉਹਦੀਆਂ ਸੰਗਤਾਂ ਉੱਤੇ ਦਿਨ ਨੂੰ ਬੱਦਲ ਤੇ ਧੂਏ ਅਤੇ ਰਾਤ ਨੂੰ ਬਲਦੀ ਅੱਗ ਦਾ ਚਮਕਾਰਾ ਰਚੇਗਾ, ਅਤੇ ਉਹ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਹੋਵੇਗੀ, ਅਤੇ ਦਿਨ ਨੂੰ ਗਰਮੀ ਤੋਂ ਛਾਂ ਲਈ ਅਤੇ ਹਨੇਰੀ ਅਤੇ ਝੜੀ ਤੋਂ ਪਨਾਹ ਤੇ ਓਟ ਲਈ ਇੱਕ ਮੰਡਤ ਹੋਵੇਗਾ। ਕਿੰਨੀ ਵੱਡੀ ਗੱਲ ਹੈ। ਯਸ਼ਾਇਆ ਜਾਣਦਾ ਹੈ ਇਸ ਗੱਲ ਨੂੰ ਕਿ ਕਿੱਦਾਂ ਪਰਮੇਸ਼ਵਰ ਜਦੋਂ ਉਹ ਆਪਣਾ ਮਿਸਰ ਦੀ ਗੁਲਾਮੀ ਦੇ ਵਿੱਚੋਂ ਨਿਕਲੇ ਸੀ, ਦਿਨ ਨੂੰ ਬੱਦਲ ਦਾ ਥੰਬ ਅਤੇ ਰਾਤ ਨੂੰ ਉਹਨਾਂ ਦੇ ਲਈ ਅਗਨ ਥੰਬ ਬਣਿਆ ਸੀ, ਜਿਹੜਾ ਉਸ ਦੀ ਅਗਵਾਈ ਕਰਦਾ ਸੀ। ਅੱਜ ਵੀ ਉਹ ਪਰਮੇਸ਼ਰ ਮੇਰੇ ਅਤੇ ਆਪ ਦੇ ਲਈ ਇਹ ਹੈ। ਉਹ ਬਲ ਅਤੇ ਉਸ ਦੀ ਸਮਰੱਥਾ ਦੇ ਨਾਲ ਸੰਬੰਧਿਤ ਜਦੋਂ ਅਸੀਂ ਆਤਮਿਕ ਦੁਸ਼ਮਣਾਂ ਨਾਲ ਲੜ ਰਹੇ ਹੁੰਦੇ ਹਾਂ, ਆਤਮਿਕ ਦੁਸ਼ਮਣਾਂ ਨਾਲ, ਸਾਡੇ ਦੁਸ਼ਮਣ ਵੀ ਹੈ ਆਤਮਿਕ, ਜਦੋਂ ਅਸੀਂ ਉਹਨਾਂ ਨਾਲ ਲੜਦੇ ਹਾਂ, ਉਸ ਦੇ ਲਈ ਮੈਂ ਜ਼ਬੂਰ 21 ਦਾ 8 ਆਪ ਦੇ ਲਈ ਪੜ੍ਹਦਾ ਹਾਂ। ਜ਼ਬੂਰ 21 ਦਾ 8 ਇੱਥੇ ਇਸ ਤਰ੍ਹਾਂ ਲਿਖਿਆ ਹੋਇਆ, 21 ਦਾ 8 ਦੇ ਵਿੱਚ ਕਹਿੰਦਾ ਹੈ, ਤੇਰੇ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ ਅਤੇ ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਤੋੜ ਲਵੇਗਾ। ਇਹਦਾ ਮਤਲਬ ਹੈ ਪਰਮੇਸ਼ਰ ਹਰ ਇੱਕ ਗੱਲ ਦੇ ਵਿੱਚ, ਚਾਹੇ ਦੁੱਖ ਹੋਵੇ ਚਾਹੇ ਮੁਸੀਬਤ ਹੋਵੇ, ਉਹ ਮੇਰੇ ਬੈਰੀਆਂ ਤੋਂ ਮੇਰੀ ਸੁਰੱਖਿਆ ਕਰੇਗਾ। ਉਸ ਦੇ ਨਾਲ ਮੈਂ ਪੜ੍ਹਦਾ ਹਾਂ ਕੂਚ ਦੀ ਪੁਸਤਕ 15 ਦਾ 13, ਜਿਸ ਵਿੱਚ ਪਰਮੇਸ਼ਰ ਨੇ ਇਸਰਾਈਲੀਆਂ ਨੂੰ ਜਦੋਂ ਉਸਨੇ ਉਹਨਾਂ ਨੂੰ ਗੁਲਾਮੀ ਦੇ ਖੇਤਰ ਦੇ ਵਿੱਚੋਂ ਕੱਢਿਆ ਸੀ ਤਾਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਸੀ। ਉੱਥੇ ਕਿਸ ਤਰ੍ਹਾਂ ਇਸਰਾਈਲੀ ਲੋਕ 15 ਦਾ ਮੈਂ ਆਪ ਦੇ ਲਈ 17 ਪੜ੍ਹ ਰਿਹਾ ਹਾਂ। 15-13 ਇੱਥੇ ਲਿਖਿਆ ਹੈ, ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹਨੂੰ ਤੂੰ ਛੁਟਕਾਰਾ ਦਿੱਤਾ। ਜੇ ਪ੍ਰਭੂ ਨੇ ਮੈਨੂੰ ਅਤੇ ਆਪ ਨੂੰ ਇਸ ਪਾਪੀ ਸੰਸਾਰ ਤੋਂ ਬਚਾਇਆ ਹੈ ਤਾਂ ਉਹ ਮੇਰੀ ਇਸ ਦੁੱਖ ਅਤੇ ਮੁਸੀਬਤ ਦੇ ਵਿੱਚ ਬਚਣ ਦੇ ਲਈ ਮੇਰੀ ਅਗਵਾਈ ਵੀ ਕਰਦਾ, ਕਿਉਂਕਿ ਉਹ ਮੇਰੀ ਪਨਾਹ ਅਤੇ ਮੇਰਾ ਬਲ ਹੈ। ਮੇਰੀ ਪਨਾਹ ਅਤੇ ਮੇਰਾ ਬਲ ਹੈ। ਕੱਲ ਮੈਂ ਫੇਰ ਇਸੇ ਖੰਡ ਦੇ ਨਾਲ ਆਪ ਦੇ ਵਿੱਚ ਮਿਲਾਂਗਾ ਕਿ ਕਿਸ ਤਰ੍ਹਾਂ ਦੁੱਖ ਅਤੇ ਮੁਸੀਬਤਾਂ ਦੇ ਵਿੱਚ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਇਸ ਸੰਸਾਰ ਦੇ ਵਿੱਚ ਖਲੋ ਸਕਦੇ ਹਾਂ। ਪਰਮੇਸ਼ਰ ਇਸ ਵਚਨ ਦੇ ਵਿੱਚ ਸਾਨੂੰ ਬਰਕਤ ਦੇਵੇ। ਤਦ ਤੱਕ ਦੇ ਲਈ ਮੈਂ ਇੱਥੇ ਵਿਰਾਮ ਦਿੰਦਾ ਹਾਂ। ਪ੍ਰਭੂ ਆਪ ਦੇ ਨਾਲ ਹੋਵੇ। ਜੈ ਮਸੀਹ ਦੀ। ਮਾਰਾਨਾਥਾ।